पहला हर तन संचोरे जन पाई, सतगुर सेवर हो शरणाई। तस कर चोर न लागे ताको, तुन उपजै शब्द जगाया। तू एकंकार निरालम राजा, तू आप सवारे जन के काजा। अमरी अडोल अपारी अमोलक, हर अस्थिर थान सुहाया। देहि नगरी उत्तम थाना, पंच लोक वसै परधाना। ऊपर एकंकार निरालम, सुन समाद लगाया। देहि नगरी नौ दरवाजे, सिर सिर करने हारै साजे। दसवें पुरखे अतीत निराला, आपे अलख लखाया। जुगो जुग अटल, चवर छतर तख्त दे मालक, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵੱਡ ਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀਆਂ ਨੇ ਮਾਰੂ ਸੋਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਵਿਚਾਰ ਅਧੀਨ ਸ਼ਬਦ, ਜਿਸ ਦੇ 4 ਪਦਿਆਂ ਦੇ ਪਾਠ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਬਦ ਦੇ ਪਹਿਲੇ ਪਦੇ ਦੀ ਵਿਚਾਰ ਆਪਾਂ ਕੱਲ ਕੀਤੀ ਸੀ, ਜਿਸ ਵਿੱਚ ਗੁਰੂ ਸਾਹਿਬਾਨ ਜੀ ਨੇ ਸਾਨੂੰ ਪ੍ਰੇਰਣਾ ਦਿੱਤੀ। ਹਰ ਤਨ ਸੰਚੋ ਰੇ ਜਨ ਭਾਈ। ਹੇ ਭਾਈ, ਹਰੀ ਪ੍ਰਭੂ ਦੇ ਨਾਮ ਧਨ ਨੂੰ ਇਕੱਠਿਆਂ ਕਰੋ ਤੇ ਇਹ ਨਾਮ ਧਨ ਸਤਿਗੁਰ ਸੇਵ ਰਹੋ ਸ਼ਰਣਾਈ। ਸਤਿਗੁਰ ਜੀ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਦਾ ਹੀ ਸਤਿਗੁਰ ਜੀ ਦੀ ਸ਼ਰਨ ਵਿੱਚ ਟਿਕੇ ਰਹੋ। ਕੱਲ ਆਪਾਂ ਇਹ ਵਿਚਾਰਿਆ ਸੀ, ਜਿਵੇਂ ਸਰੀਰ ਦੀਆਂ ਲੋੜਾਂ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਾਨੂੰ ਬਾਹਰੀ ਧਨ ਚਾਹੀਦਾ ਹੈ। ਉਹ ਸਾਡੀਆਂ ਜੇਬਾਂ ਵਿੱਚ ਵੀ ਹੈ, ਉਹ ਸਾਡੀਆਂ ਤਿਜੋਰੀਆਂ ਦੇ ਵਿੱਚ ਵੀ ਹੈ, ਉਹ ਬੈਂਕ ਬੈਲੈਂਸ ਬੈਂਕਾਂ ਦੇ ਵਿੱਚ ਵੀ ਹੈ। ਪਰ ਆਤਮਿਕ ਜੀਵਨ, ਆਤਮਿਕ ਸੁੱਖ, ਇਹਨੂੰ ਪ੍ਰਾਪਤ ਕਰਨ ਵਾਸਤੇ, ਜੀਵਨ ਨੂੰ ਅੰਦਰੋਂ ਸੁਖਦਾਈ ਬਣਾਉਣ ਵਾਸਤੇ ਸਾਨੂੰ ਨਾਮ ਧਨ ਦੀ ਵੀ ਲੋੜ ਹੈ। ਬਹੁਤ ਲੋੜ ਹੈ ਨਾਮ ਧਨ ਦੀ। ਬਾਹਰ ਦਾ ਧਨ ਭਾਵੇਂ ਮਨੁੱਖ ਕੋਲ ਜਿੰਨਾ ਮਰਜ਼ੀ ਹੋ ਜਾਏ, ਪਰ ਮੇਰੇ ਸਾਹਿਬ ਕਹਿੰਦੇ ਆ
ਵੀ ਉਹ ਮਨੁੱਖ ਨੂੰ ਆਤਮਿਕ ਟਿਕਾ, ਮਨੁੱਖ ਨੂੰ ਆਤਮਿਕ ਸ਼ਾਂਤੀ ਨਹੀਂ ਦਿਵਾ ਸਕਦਾ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ, ਜੇ ਉਸ ਦੇ ਕੋਲ ਪਰਮੇਸ਼ਰ ਦਾ ਨਾਮ ਧਨ ਹੈ ਤੇ ਉਹ ਬੜਾ ਅੰਦਰੋਂ ਸੁਖੀ ਹੋਵੇਗਾ, ਅੰਦਰੋਂ ਬੜਾ ਤ੍ਰਿਪਤ ਅਵਸਥਾ ਵਾਲਾ ਹੋਵੇਗਾ। ਬਾਬਾ ਕਬੀਰ ਜੀ ਦਾ ਸ਼ਬਦ ਕਹਿ ਕੇ ਅੱਗੇ ਵਧਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਅਗਨ ਨ ਦਹੈ ਪਵਨ ਨਹੀਂ ਮਗਨੈ, ਤਸਕਰ ਨੀਰ ਨ ਆਵੈ, ਰਾਮ ਨਾਮ ਧਨ ਕਰ ਸੰਚੋਨੀ, ਸੋ ਧਨ ਕਤਹੀ ਨਾ ਜਾਵੈ, ਹਮਰਾ ਧਨ ਬਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀਐ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਈਐ। ਇਸ ਧਨ ਕਾਰਨ ਸ਼ਿਵ ਸ਼ਨਕਾਦਿਕ ਖੋਜਤ ਭਏ ਉਦਾਸੀ, ਮਨ ਮੁਕੰਦ ਜੇਬਾ ਨਾਰਾਇਣ, ਪਰੇ ਨ ਜਮ ਕੀ ਫਾਸੀ। ਕਹੇ ਕਬੀਰ ਮਦਨ ਕੇ ਮਾਤੇ, ਹਿਰਦੈ ਦੇਖ ਵਿਚਾਰੀ, ਤੁਮ ਕਰ ਲਾਖ ਕੂਟ ਅਸਵ ਹਸਤੀ, ਹਮ ਘਰ ਏਕ ਮੁਰਾਰੀ। ਇਸ ਧਨ ਦੀ ਵਡਿਆਈ ਬਾਬਾ ਜੀ ਕਰ ਰਹੇ ਨੇ। ਹੇ ਅਮੀਰ ਬੰਦੇ, ਤੇਰੇ ਕੋਲ ਲੱਖਾਂ ਹਾਥੀ ਘੋੜੇ ਸ਼ਾਮਿਆਨੇ ਪਦਾਰਥ ਧਨ ਦੌਲਤ ਹੋਵੇਗੀ, ਪਰ ਤੇਰੇ ਕੋਲ ਮਾਲਕ ਨਹੀਂ, ਰੱਬ ਜੀ ਦੇ ਗੁਣ, ਉਹ ਨਾਮ ਧਨ ਨਹੀਂ, ਉਹ ਤੇਰੇ ਹਿਰਦੇ ਵਿੱਚ ਨਹੀਂ ਵਸਿਆ। ਮੇਰੇ ਕੋਲ ਬਾਹਰੀ ਤਲ ਤੇ ਇਹ ਕੁਝ ਵੀ ਨਹੀਂ ਹੈ, ਗੁਜਰਾਨ ਮਾਤਰ ਮੇਰੇ ਕੋਲ ਧਨ ਕਿਰਤ ਵਿੱਚੋਂ ਪ੍ਰਾਪਤ ਹੁੰਦਾ ਹੈ, ਪਰ ਮੇਰੇ ਹਿਰਦੇ ਵਿੱਚ ਮਾਲਕ ਵਸਿਆ, ਜਿਸ ਕਰਕੇ ਮੇਰੇ ਕੋਲ ਬੇਅੰਤ ਸੁੱਖ ਹੈ। ਇੰਨਾ ਸੁੱਖ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਸੋ ਇਸ ਧਨ ਦੀ ਵਡਿਆਈ ਆਪਾਂ ਕੱਲ ਇਹ ਪਦੇ ਦੀ ਵਿਚਾਰ ਕਰਦਿਆਂ ਸਾਂਝੀ ਕੀਤੀ ਸੀ, ਜਿੱਥੇ ਅਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਆਪਣੇ ਸਰੀਰਿਕ ਜੀਵਨ ਨੂੰ ਜਿਉਣ ਵਾਸਤੇ ਬਾਹਰੀ ਧਨ ਕਮਾਉਣਾ ਹੈ, ਕਿਰਤ ਕਰਕੇ ਮਿਹਨਤ ਕਰਕੇ, ਉੱਥੇ ਆਤਮਿਕ ਜੀਵਨ ਨੂੰ ਪਵਿੱਤਰ ਬਣਾਉਣ ਵਾਸਤੇ, ਆਤਮਿਕ ਸੁੱਖ ਤੇ ਟਿਕਾ ਪ੍ਰਾਪਤ ਕਰਨ ਵਾਸਤੇ, ਮਾਲਕ ਦੀ ਪ੍ਰਾਪਤੀ ਕਰਨ ਵਾਸਤੇ ਰੱਬੀ ਧਨ ਰੱਬੀ ਗੁਣਾਂ ਦੀ ਵਿਚਾਰ ਇਹ ਪ੍ਰਾਪਤ ਕਰਨੀ ਹੈ। ਸੋ ਅਗਲਾ ਪਦਾ ਜਿਸ ਵਿੱਚ ਗੁਰੂ ਜੀ ਕਹਿ ਰਹੇ ਨੇ, ਤੂੰ ਏਕੰਕਾਰ ਨਿਰਾਲਮ ਰਾਜਾ। ਹੇ ਪ੍ਰਭੂ ਜੀ, ਤੂੰ ਇੱਕ ਆਪ ਹੀ ਆਪ ਹੈ, ਤੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਉਸ ਪਰਮਾਤਮਾ ਦੀ ਸਭ ਤੋਂ ਵੱਡੀ ਖੂਬੀ ਕਿ ਉਹਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਕਿਸੇ ਦੀ ਸਲਾਹ, ਕਿਸੇ ਦੇ ਮਸ਼ਵਰੇ ਦੀ ਲੋੜ ਨਹੀਂ। ਬੰਦਾ ਛੋਟੀ ਤੋਂ ਛੋਟੀ ਚੀਜ਼ ਅਗਰ ਬਣਾਉਣੀ ਚਾਹਵੇ ਤੇ ਕਈਆਂ ਦੀ ਸਲਾਹ ਲੈਂਦਾ ਹੈ। ਹੈਰਾਨ ਹੋਈਦਾ ਹੈ ਕਿ ਮਾਲਕ ਨੇ ਏਡੀ ਵੱਡੀ ਸ੍ਰਿਸ਼ਟੀ ਬਣਾਈ, ਏਡੀ ਵੱਡੀ ਕੁਦਰਤ ਬਣਾਈ, ਚਾਰ ਖਾਣੀਆਂ ਤੋਂ ਜੀਵ ਪੈਦਾ ਕੀਤੇ, ਕਿਸੇ ਦੀ ਸਲਾਹ ਨਹੀਂ ਲਈ, ਕਿਉਂਕਿ ਸਲਾਹ ਆਪਣੇ ਤੋਂ ਵੱਡੇ ਦੀ ਲਈਦੀ ਹੈ। ਜਿਹੜਾ ਆਪਣੇ ਤੋਂ ਜ਼ਿਆਦਾ ਜਾਣਕਾਰ ਹੋਵੇ, ਆਪਣੇ ਤੋਂ ਜ਼ਿਆਦਾ ਸਮਝਦਾਰ ਹੋਵੇ, ਉਹਦੀ ਸਲਾਹ ਲਈ ਜਾਂਦੀ ਹੈ, ਤੇ ਪਰਮਾਤਮਾ ਤੋਂ ਵੱਡਾ ਤੇ ਕੋਈ ਹੈ ਹੀ ਨਹੀਂ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਉਸ ਤੋਂ ਵੱਡਾ ਕੋਈ ਹੋਵੇ ਤੇ ਉਹਦੇ ਕੋਲੋਂ ਸਲਾਹ ਲਵੇ, ਉਹਦੇ ਵਰਗਾ ਵੱਡਾ ਉਹ ਆਪ ਹੀ ਹੈ, ਨਾ ਉਹਦਾ ਕੋਈ ਸ਼ਰੀਕ ਹੈ। ਇਸ ਕਰਕੇ ਉਹ ਕਿਸੇ ਦਾ ਸਹਾਰਾ ਨਹੀਂ ਲੈਂਦਾ, ਉਹ ਸਾਰੇ ਸੰਸਾਰ ਦਾ ਸਹਾਰਾ ਜ਼ਰੂਰ ਬਣਦਾ ਹੈ। ਗੁਰੂ ਜੀ ਅੱਜ ਕਹਿ ਰਹੇ ਨੇ, ਤੂੰ ਏਕੰਕਾਰ ਨਿਰਾਲਮ ਰਾਜਾ। ਨਿਰ ਆਲਮ ਭਾਵ ਸਹਾਰੇ ਤੋਂ ਰਹਿਤ, ਤੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਕਹਿੰਦੇ ਤੂੰ ਆਪ ਸਵਾਰੇ ਜਨ ਕੇ ਕਾਜਾ।
ਕਹਿੰਦੇ ਤੂੰ ਆਪਣੇ ਸੇਵਕਾਂ ਦੇ ਕੰਮ ਆਪ ਸਵਾਰਦਾ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਉਹ ਆਪਣੇ ਸੇਵਕਾਂ ਦੀ ਪੈਜ ਆਪ ਰੱਖਦਾ ਹੈ, ਹਰ ਜੁਗ ਜੁਗ ਭਗਤਿ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਕਿਉਂ ਨਾ ਆਪਾਂ ਐਸੇ ਮਾਲਕ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਈਏ, ਜਿਹੜਾ ਸਹਾਇਤਾ ਕਰਨ ਵਾਲਾ ਹੈ, ਜਿਹੜਾ ਸਾਨੂੰ ਜਮਾਂ ਦੀ ਮਾਰ ਤੋਂ, ਜੰਮਣ ਮਰਨ ਦੀ ਗੀੜ ਤੋਂ ਬਚਾਉਣ ਵਾਲਾ ਹੈ। ਉਸ ਪਰਮਾਤਮਾ ਨੂੰ ਆਪਾਂ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਈਏ, ਆਪਣੀ ਬਾਹ ਉਸ ਨੂੰ ਫੜਾ ਦਈਏ। ਤੇ ਜਿਹੜੇ ਉਸ ਮਾਲਕ ਨੂੰ ਬਾਹ ਫੜਾ ਦਿੰਦੇ ਆ, ਉਸ ਭਵਜਲ ਸਾਗਰ ਦੇ ਵਿੱਚ ਡੁੱਬਦੇ ਨਹੀਂ। ਭਗਤ ਨਾਮਦੇਵ ਜੀ ਦਾ ਬੜਾ ਪਿਆਰਾ ਬਚਨ, ਭਗਤ ਜੀ ਬੇਨਤੀ ਕਰਦੇ ਪਏ ਨੇ, ਮਾਲਕ ਜੀ ਜਿਸ ਸੰਸਾਰ ਦੇ ਵਿੱਚ ਮੈਂ ਰਹਿ ਰਿਹਾ ਵਾਂ, ਇਹ ਬੜਾ ਭਿਆਨਕ ਸਮੁੰਦਰ ਹੈ। ਇਹਦੇ ਵਿੱਚ ਲੋਭ ਦੀਆਂ, ਵਿਕਾਰਾਂ ਦੀਆਂ ਲਹਿਰਾਂ ਬੜੀਆਂ ਉੱਚੀਆਂ, ਬੜੀਆਂ ਭਿਆਨਕ ਵਗ ਰਹੀਆਂ ਨੇ, ਤੇ ਮੇਰੇ ਵਰਗੇ ਕਈ ਇਹਦੇ ਵਿੱਚ ਗਰਕ ਹੁੰਦੇ ਜਾ ਰਹੇ ਆ। ਮੈਨੂੰ ਤੇ ਤਰਨਾ ਵੀ ਕੋਈ ਨਹੀਂ ਆਉਂਦਾ। ਮਾਲਕ ਜੀ ਕਿਰਪਾ ਕਰੋ, ਮੇਰੀ ਬਾਹ ਫੜੋ। ਲੋਭ ਲਹਿਰ ਅਤਨੀਜਰ ਬਾਜੈ, ਕਾਇਆ ਡੂਬੇ ਕੀ ਸੁਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਕਿਵੇਂ ਸਹਾਰਾ ਬਣਦਾ? ਗੁਰੂ ਜੀ ਕਹਿ ਰਹੇ, ਭਗਤ ਜੀ ਕਹਿ ਰਹੇ, ਅਨਲ ਬੇੜਾ ਹੋ ਖੇਵ ਨ ਸਕੋ, ਤੇਰਾ ਪਾਰ ਨਾ ਪਾਇਆ ਬੀਠਲਾ। ਮੈਨੂੰ ਤੇ ਤੇਰੇ ਪਾਰਲੇ ਬੰਨੇ ਦਾ ਵੀ ਕੋਈ ਪਤਾ ਨਹੀਂ, ਤੇ ਆਪਣੇ ਇਸ ਸਰੀਰ ਰੂਪੀ ਬੇੜੀ ਨੂੰ ਮੈਂ ਠੇਲਣਾ ਹੀ ਕੋਈ ਨਹੀਂ ਜਾਣਦਾ। ਤੇ ਕਹਿੰਦੇ ਹੋ ਦਇਆਲ ਸਤਿਗੁਰ ਮੇਲ ਤੁਮ ਕੋ, ਪਾਰ ਉਤਾਰੀ ਕੀ ਸਵਾ, ਨਮ ਕਹੈ ਹਉ ਤਰਪੀ ਨਾ ਜਾਨੋ, ਮੁਕ ਬਾਹਾਂ ਦੇ ਬੀਠਲਾ। ਮੈਨੂੰ ਬਾਹ ਪਕੜਾ ਆਪਣੀ, ਤੇ ਮੇਰੀ ਬਾਹ ਪਕੜ ਲਾ, ਤਾਂ ਕਿ ਮੈਂ ਇਸ ਲੋਭ ਲਹਿਰ, ਮੋਹ, ਹੰਕਾਰ, ਕ੍ਰੋਧ, ਇਹ ਲਹਿਰਾਂ ਜੋ ਇਸ ਭਵਜਲ ਸਾਗਰ ਦੇ ਵਿੱਚ ਉੱਠ ਰਹੀਆਂ ਨੇ, ਇਹਦੇ ਵਿੱਚ ਗਰਕ ਹੋਣੋਂ, ਇਹਦੇ ਵਿੱਚ ਡੁੱਬਣੋਂ ਬਚ ਜਾਵਾਂ। ਤੇ ਬਾਹ ਫੜੀ ਹੈ ਭਗਤ ਨਾਮਦੇਵ ਜੀ ਦੀ, ਕਿਉਂਕਿ ਤਰਿਆਂ ਹੋਇਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਡੁੱਬਿਆਂ ਹੋਇਆਂ ਬੰਦਿਆਂ ਦੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਉਹ ਆਪਣੇ ਸੇਵਕਾਂ ਦੀ ਸਹਾਇਤਾ ਕਰਦਾ ਹੈ। ਐਸੇ ਮਾਲਕ ਨਾਲ ਤੂੰ ਵੀ ਸਾਂਝ ਪਾ ਭਈ। ਕਹਿੰਦੇ ਨੇ, ਤੂੰ ਆਪ ਸਵਾਰੇ ਜਨ ਕੇ ਕਾਜਾ, ਸਭ ਤੋਂ ਵੱਡਾ ਕਾਜ ਹੈ ਪਰਮੇਸ਼ਰ ਦੇ ਮਿਲਾਪ ਦਾ। ਹੁਣ ਭਗਤਾਂ ਨੇ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਰੱਬੀ ਮਿਲਾਪ ਮਿਥਿਆ ਹੋਇਆ ਹੈ। ਵੈਸੇ ਅਸੀਂ ਵੀ ਰੱਬੀ ਮਿਲਾਪ ਦਾ ਨਿਸ਼ਾਨਾ ਮਿੱਥ ਕੇ ਸੰਸਾਰ ਦੇ ਵਿੱਚ ਆਏ ਹਾਂ। ਇਹ ਜੋ ਸਾਨੂੰ ਸਰੀਰ ਮਿਲਿਆ, ਇਹ ਜੋ ਸਾਨੂੰ ਦੇਹੀ ਮਿਲੀ, ਇਹ ਮਿਲੀ ਹੀ ਰੱਬੀ ਮਿਲਾਪ ਦੀ ਪ੍ਰਾਪਤੀ ਦੇ ਵਾਸਤੇ ਹੈ। ਭਈ ਪ੍ਰਾਪਤ ਮਨੁੱਖ ਦੀ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਮਨੁੱਖ ਜਦੋਂ ਸੰਸਾਰ ਦੇ ਵਿੱਚ ਆਉਂਦਾ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਵਰਤ ਜਾਂਦੀ ਹੈ, ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਜਾਂਦਾ ਹੈ, ਤੇ ਇਹਨੂੰ ਦੁਨਿਆਵੀ ਕਾਰਜ ਤਾਂ ਚੇਤੇ ਰਹਿੰਦੇ ਨੇ, ਇਹਨੂੰ ਰੱਬੀ ਮਿਲਾਪ ਦਾ ਕਾਰਜ ਭੁੱਲ ਜਾਂਦਾ। ਫਿਰ ਉਹ ਦੁਨਿਆਵੀ ਕਾਰਜ ਪੂਰੇ ਕਰਾਉਣ ਵਾਸਤੇ ਗੁਰੂ ਦਾ ਵੀ ਸਹਾਰਾ ਲੈਂਦਾ। ਗਿਆਨੀ ਜੀ ਆਓ, ਮੈਂ ਨਵੀਂ ਦੁਕਾਨ ਖੋਲੀ ਹੈ, ਕਾਰੋਬਾਰਾਂ ਵਿੱਚ ਤਰੱਕੀਆਂ ਲਈ ਅਰਦਾਸ ਕਰ ਦਿਓ।
ਗਿਆਨੀ ਜੀ ਖੰਡ ਪਾਠ ਸਾਹਿਬ ਕਰਾਉਣਾ ਹੈ, ਪੁੱਤਰ ਦਾ ਵਿਆਹ ਹੈ, ਇਹ ਕਾਰਜ ਸਫਲ ਹੋ ਜਾਏ। ਧੀ ਦਾ ਵਿਆਹ, ਇਹ ਕਾਰਜ ਸਫਲ ਹੋ ਜਾਏ। ਗਿਆਨੀ ਜੀ ਪੁੱਤਰ ਨੂੰ ਵਿਦੇਸ਼ ਭੇਜਣ ਲੱਗੇ ਆ, ਪੁੱਤਰ ਕਾਮਯਾਬ ਹੋ ਜਾਏ। ਆ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ, ਮਾਲਕ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਇਸ ਤਰ੍ਹਾਂ ਸਾਨੂੰ ਦੁਨਿਆਵੀ ਕਾਰਜ ਉਹਨਾਂ ਵਾਸਤੇ ਅਸੀਂ ਗੁਰੂ ਨੂੰ ਸ਼ਾਮਲ ਕਰਦੇ ਹਾਂ, ਪਰ ਕਦੇ ਆਪਣੇ ਰੱਬੀ ਮਿਲਾਪ ਇਹ ਤੜਫ ਰੱਖ ਕੇ ਕਿ ਗੁਰੂ ਜੀ ਹੁਣ ਮੈਂ ਉਸ ਪ੍ਰਭੂ ਨਾਲ ਮਿਲਣਾ ਚਾਹੁੰਦਾ ਵਾਂ, ਰੱਬ ਜੀ ਦਾ ਰੂਪ ਹੋਣਾ ਚਾਹੁੰਦਾ ਵਾਂ, ਉਹਨੂੰ ਮਿਲਣ ਦੀ ਖੁਆਇਸ਼ ਰੱਖ ਕੇ ਮੈਂ ਅਰਦਾਸ ਕਰਨਾ ਚਾਹ ਰਿਹਾ ਵਾਂ, ਮੈਂ ਪਾਠ ਕਰਨਾ ਚਾਹ ਰਿਹਾ ਵਾਂ, ਮੈਂ ਸਿਮਰਨ ਕਰਨਾ ਚਾਹ ਰਿਹਾ ਵਾਂ, ਮੈਂ ਉਹਦਾ ਮਿਲਾਪ ਹਾਸਲ ਕਰਨਾ ਚਾਹੁੰਦਾ ਵਾਂ। ਮੈਂ ਕਹਿੰਦਾ ਵਾਂ ਵੀ ਆਪਾਂ ਅਗਰ ਰੱਬੀ ਮਿਲਾਪ ਦੀ ਖੁਆਇਸ਼ ਰੱਖ ਕੇ ਇੱਕੋ ਕਾਰਜ ਨੂੰ ਮਿੱਥ ਕਰਕੇ ਵੀ ਇਹ ਅੱਖਾਂ ਮਿਟਣ ਤੋਂ ਪਹਿਲਾਂ ਪਹਿਲਾਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਿਦਾਰਿਆਂ ਦੀ ਝਲਕ ਪ੍ਰਾਪਤ ਕਰਨੀ ਹੈ, ਮੈਂ ਉਹਦੇ ਵਿੱਚ ਅਭੇਦ ਹੋਣਾ ਹੈ, ਉਹਦੇ ਮਿਲਾਪ ਦਾ ਆਨੰਦ ਮਾਣਨਾ ਹੈ। ਇਹ ਨਿਸ਼ਾਨਾ ਮਿੱਥ ਕੇ ਜਦੋਂ ਸਤ ਸੰਗਤ ਕਰੇਗਾ, ਗੁਰੂ ਕੀ ਬਾਣੀ ਪੜ੍ਹੇਗਾ, ਸ਼ੁਭ ਕਰਮ ਕਰੇਗਾ, ਗੁਰੂ ਮਹਾਰਾਜ ਜੀ ਦੇ ਹੁਕਮ ਉਹਦੀ ਰਜ਼ਾ ਵਿੱਚ ਤੁਰੇਗਾ, ਤੇ ਜਿੱਥੇ ਰੱਬੀ ਮਿਲਾਪ ਦਾ ਕਾਰਜ ਉਹ ਪ੍ਰਾਪਤ ਕਰਨ ਵਾਲਾ ਬਣੇਗਾ, ਉੱਥੇ ਦੁਨਿਆਵੀ ਕਾਰਜ ਤੇ ਆਪਣੇ ਆਪ ਹੋਣਗੇ। ਉਹਨਾਂ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ, ਘਬਰਾਉਣ ਦੀ ਲੋੜ ਹੀ ਨਹੀਂ, ਆਪਣੇ ਆਪ ਉਹਦੇ ਕਾਰਜ ਰਾਸ ਹੋਣਗੇ। ਕਿਉਂਕਿ ਵੇਖੋ ਜੀ, ਇਹ ਛੋਟਾ ਜਿਹਾ ਬੱਚਾ, ਤੁਸੀਂ ਸਾਰੇ ਪਰਿਵਾਰ ਵਾਲੇ ਹੋ, ਬੱਚਾ ਆਪਣੇ ਮਾਂ-ਬਾਪ ਦੀ ਡਿਪੈਂਡ ਹੈ, ਪੜ੍ਹ ਰਿਹਾ ਹੈ। ਹੁਣ ਬੱਚੇ ਨੇ ਆਪਣੇ ਪਿਤਾ ਨੂੰ, ਆਪਣੀ ਮਾਂ ਨੂੰ ਕਹਿਣਾ ਮੈਨੂੰ ਆਹ ਕਿਤਾਬ ਚਾਹੀਦੀ ਹੈ, ਆਹ ਕਾਪੀ ਚਾਹੀਦੀ ਹੈ, ਆਹ ਡਰੈਸ ਚਾਹੀਦੀ ਹੈ, ਆਹ ਮੈਨੂੰ ਬਸਤਾ ਚਾਹੀਦਾ ਹੈ, ਆਹ ਟੀਚਰ ਨੇ ਚੀਜ਼ਾਂ ਮੰਗਵਾਈਆਂ ਨੇ, ਤੇ ਮਾਂ-ਬਾਪ ਉਹਨੂੰ ਆਪ ਫਿਕਰ ਹੁੰਦਾ ਹੈ, ਆਪ ਉਸ ਬੱਚੇ ਨੂੰ ਲਿਆ ਕੇ ਦਿੰਦੇ ਆ। ਕਈ ਵਾਰੀ ਬੱਚੇ ਨੂੰ ਕਹਿਣਾ ਵੀ ਨਹੀਂ ਪੈਂਦਾ, ਮਾਂ-ਬਾਪ ਸਿਆਣੇ ਨੇ, ਮਾਂ-ਬਾਪ ਵਧੀਆ ਤੋਂ ਵਧੀਆ ਡਰੈਸ ਜੋ ਸਕੂਲੇ ਚੱਲ ਰਹੀ ਹੈ, ਵਧੀਆ ਤੋਂ ਵਧੀਆ ਉਹਦਾ ਬਸਤਾ, ਪੈਨਸਲਾਂ, ਕਾਪੀਆਂ ਸਾਰੀਆਂ ਉਹਨੂੰ ਲਿਆ ਕੇ ਦਿੰਦੇ ਨੇ। ਬੱਚੇ ਨੂੰ ਕੋਈ ਫਿਕਰ ਨਹੀਂ ਹੈ, ਬੱਚੇ ਨੂੰ ਕੋਈ ਚਿੰਤਾ ਨਹੀਂ ਹੈ, ਮਾਂ-ਬਾਪ ਦੇ ਉੱਤੇ ਡਿਪੈਂਡ ਹੈ ਨਾ। ਇਸ ਤਰ੍ਹਾਂ ਦਾ ਪਿਆਰ ਅਸੀਂ ਮਾਲਕ ਦੇ ਨਾਲ ਕਿਉਂ ਨਾ ਪਾਈਏ, ਮਾਲਕ ਦੇ ਉੱਤੇ ਡਿਪੈਂਡ ਕਿਉਂ ਨਾ ਹੋਈਏ। ਠੀਕ ਹੈ, ਉਦਮ ਕਰਨਾ ਹੈ, ਮਿਹਨਤ ਕਰਨੀ ਹੈ, ਮਾਲਕ ਦਾ ਆਸਰਾ ਨਾਲ ਲੈ ਕੇ ਤੁਰੀਏ, ਰੱਬੀ ਮਿਲਾਪ ਦਾ ਨਿਸ਼ਾਨਾ ਮਿੱਥ ਕੇ ਤੁਰੀਏ, ਸਾਰੇ ਕਾਰਜ ਦੁਨਿਆਵੀ ਵੀ ਰਾਸ ਹੋਣਗੇ। ਤੇ ਸਾਡਾ ਜਿਹੜਾ ਰੱਬੀ ਮਿਲਾਪ ਦਾ ਕਾਰਜ ਹੈ, ਜਿਸ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਹਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰਨਕਾਲ ਇਹ ਦੇ ਸੰਜਰੀਆ। ਉਹ ਕਾਰਜ ਸਾਡਾ ਇਸੇ ਜਨਮ ਦੇ ਵਿੱਚ ਰਾਸ ਹੋ ਜਾਏਗਾ। ਪਰ ਸਾਨੂੰ ਦੁਨਿਆਵੀ ਕਾਰਜ ਮਰਦੇ ਦਮ ਤੱਕ ਚੇਤੇ ਰਹਿ ਜਾਂਦੇ ਨੇ। ਪਹਿਲਾਂ ਮਨੁੱਖ ਆਪਣੇ ਆਪ ਜਦੋਂ ਸਟੈਂਡ ਹੋਣ ਦੀ ਕੋਸ਼ਿਸ਼ ਕਰਦਾ ਹੈ, ਆਪਣੀਆਂ ਅਰਦਾਸਾਂ ਕਰਦਾ ਹੈ ਦੁਨਿਆਵੀ ਕਾਰਜਾਂ ਦੇ ਰਾਸ ਕਰਾਉਣ ਵਾਸਤੇ, ਫਿਰ ਧੀਆਂ ਪੁੱਤਰਾਂ ਵਾਸਤੇ ਕਰਦਾ ਹੈ, ਫਿਰ ਪੋਤਰਿਆਂ ਵਾਸਤੇ ਸ਼ੁਰੂ ਹੋ ਜਾਂਦਾ ਹੈ। ਆਪਣੇ ਉਸ ਰੱਬੀ ਮਿਲਾਪ ਦੇ ਕਾਰਜ ਵਾਸਤੇ ਇਹਨੂੰ ਚੇਤਾ ਹੀ ਨਹੀਂ ਰਹਿੰਦਾ, ਇਹਦੇ ਅੰਦਰੋਂ ਕਦੇ ਇਹ ਅਰਦਾਸ ਨਿਕਲਦੀ ਹੀ ਨਹੀਂ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮਾਲਕ ਜੀ ਉਹ ਤੇ ਬੜਾ ਸਮਾਂ ਹੋ ਗਿਆ, ਇਸ ਤੋਂ ਪਹਿਲਾਂ ਵੀ ਜਨਮ ਮੈਂ ਲਏ ਹਨ, ਮੈਨੂੰ ਮਿਲੇ ਹਨ। ਇਸੇ ਤਰ੍ਹਾਂ ਹੀ ਮੈਂ ਉਹ ਜਨਮ ਪਰਿਵਾਰ ਦੇ ਲੇਖੇ, ਸੰਸਾਰ ਦੇ ਲੇਖੇ, ਵਿਕਾਰਾਂ ਦੇ ਲੇਖੇ ਲਾਉਂਦਾ ਰਿਹਾ ਹਾਂ। ਪਰ ਹੁਣ ਮੈਨੂੰ ਸੋਝੀ ਹੋ ਗਈ, ਗੁਰੂ ਮਿਲ ਪਿਆ, ਹੁਣ ਮੈਂ ਇਹ ਜਨਮ ਨਾ ਪਰਿਵਾਰ ਦੇ ਲੇਖੇ ਲੱਗਣ ਦਿੱਤਾ। ਐਸਾ ਨਹੀਂ ਕਿ ਭਗਤ ਰਵਿਦਾਸ ਜੀ ਨੇ ਪਰਿਵਾਰ ਨੂੰ ਕੋਈ ਤਲਾਂਜਲੀ ਦੇ ਦਿੱਤੀ ਜਾਂ ਬੱਚਿਆਂ ਦੀ ਪਾਲਣਾ ਪੋਸ਼ਣਾ ਨਹੀਂ ਕੀਤੀ, ਬੜੀ ਜ਼ਿੰਮੇਵਾਰੀ ਨਾਲ ਪਰਿਵਾਰ ਨੂੰ ਪਾਲਿਆ, ਪਰ ਨਿਸ਼ਾਨਾ ਮਿੱਥਿਆ ਸੀ ਉਸ ਰੱਬੀ ਮਿਲਾਪ ਦਾ।
ਵੀ ਸੰਸਾਰ ਦੇ ਲੇਖੇ ਨਹੀਂ ਲਾਉਣਾ, ਨਿਰੰਕਾਰ ਦੇ ਲੇਖੇ ਲਾਉਣਾ। ਸੁਰਤ ਵਿੱਚ ਪਰਿਵਾਰ ਨਹੀਂ, ਸੁਰਤ ਵਿੱਚ ਸੰਸਾਰ ਨਹੀਂ, ਸੁਰਤ ਵਿੱਚ ਵਿਕਾਰ ਨਹੀਂ, ਸੁਰਤ ਵਿੱਚ ਨਿਰੰਕਾਰ ਹੋਵੇ, ਯਾਦਾਂ ਵਿੱਚ ਨਿਰੰਕਾਰ ਹੋਵੇ। ਯਾਦਾਂ ਵਿੱਚ ਉਹਨਾਂ ਨੇ ਐਸੇ ਐਸੇ ਭਗਤ ਨੇ, ਭਗਤ ਨਾਮਦੇਵ ਜੀ ਕਿਰਤਕਾਰ ਕਰਦਿਆਂ, ਧੰਦਾ ਕਰਦਿਆਂ ਹੋਇਆਂ ਵੀ ਸੁਰਤ ਵਿੱਚ, ਯਾਦਾਂ ਵਿੱਚ ਨਿਰੰਕਾਰ ਨੂੰ ਟਿਕਾ ਕੇ ਬੈਠੇ ਨੇ। ਜਦੋਂ ਸਵਾਲ ਕੀਤਾ ਸੀ ਨਾ ਨਾਮਾ ਮਾਇਆ ਮੋਹਿਆ, ਕਹੇ ਤਿਲੋਚਨ ਮੀਤ ਕਾਹੇ ਸ਼ੀਪੋ ਸ਼ਾਈਲੇ, ਰਾਮ ਨਾ ਲਾਵੋ ਚੀਤ। ਵੀ ਮੈਂ ਤੇ ਆਇਆ ਸੀ ਕਿ ਤੂੰ ਬੜੀ ਭਗਤੀ ਕਰ ਰਿਹਾ ਹੋਵੇਂਗਾ, ਸਮਾਧੀ ਲਾ ਕੇ ਬੈਠਾ ਹੋਵੇਂਗਾ, ਪਰ ਤੂੰ ਤੇ ਅੰਬਰੇ ਠੋਕਦਾ ਪਿਆ, ਕੱਪੜਿਆਂ ਦਾ ਰੰਗਣ ਦਾ ਕੰਮ ਕਰਦਾ ਪਿਆ, ਤੂੰ ਤੇ ਕਿਰਤਕਾਰ ਵਿੱਚ ਮਸਤ ਹੈ। ਸੁਰਤ ਨਹੀਂ ਸੀ ਵੇਖੀ, ਸੁਰਤ ਤੱਕ ਨਹੀਂ ਸੀ ਉਹਨਾਂ ਦੀ ਦ੍ਰਿਸ਼ਟੀ ਗਈ। ਬਾਹਰੋਂ ਅੱਖਾਂ ਨਾਲ ਵੇਖਿਆ ਕੰਮ ਕਾਜ ਕਰਦਿਆਂ ਤੇ ਸ਼ੰਕਾ ਖੜਾ ਹੋ ਗਿਆ ਵੀ ਇਹ ਤੇ ਕੰਮਾਂ ਕਾਜਾਂ ਤੇ ਕਿਰਤ ਵਿੱਚ ਰੁੱਝੇ ਪਏ ਨੇ। ਅੱਗੋਂ ਭਗਤ ਨਾਮਦੇਵ ਜੀ ਕਹਿੰਦੇ, ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਸਭ ਕੰਮ ਕਰ, ਚੀਤ ਨਿਰੰਜਨ ਲਾਲ। ਕਹਿੰਦੇ ਹੱਥਾਂ ਪੈਰਾਂ ਨਾਲ ਕੰਮ ਕਰਨਾ, ਪਰ ਸੁਰਤ ਮੁਖ ਦੇ ਵਿੱਚ ਪ੍ਰਭੂ ਦਾ ਨਾਮ ਤੇ ਸੁਰਤ ਵਿੱਚ, ਯਾਦਾਂ ਵਿੱਚ ਪ੍ਰਭੂ ਨੂੰ ਟਿਕਾਉਣਾ ਹੈ। ਕਹਿਣ ਲੱਗੇ ਇਸ ਤਰ੍ਹਾਂ ਰੱਬ ਤੱਕ ਪਹੁੰਚਣਾ ਹੈ, ਕਿਉਂਕਿ ਸੁਰਤ ਵਿੱਚ ਸੰਸਾਰ ਦੀ ਯਾਦ ਨਹੀਂ, ਨਿਰੰਕਾਰ ਦੀ ਯਾਦ ਹੈ। ਸੁਰਤ ਵਿੱਚ ਪਰਿਵਾਰ ਦੀ ਯਾਦ ਨਹੀਂ, ਕੰਮ ਧੰਦੇ ਨਹੀਂ, ਸੁਰਤ ਵਿੱਚ ਨਿਰੰਕਾਰ ਟਿਕਿਆ ਹੋਇਆ ਹੈ। ਸੁਲਤਾਨਪੁਰ ਮੇਰੇ ਸਾਹਿਬ ਨਾਨਕ ਦੇਵ ਜੀ ਜਦੋਂ ਮੋਦੀ ਖਾਨੇ ਦੀ ਕਾਰ ਕਰਦੇ ਆ, ਇਹ 13 ਤੇ ਉਹੀ ਤੋਲ ਸਕਦਾ ਜਿਹਦੀ ਸੁਰਤ ਵਿੱਚ ਤਕੜੀ ਹੱਥ ਵਿੱਚ ਫੜ ਕੇ ਵੀ ਨਿਰੰਕਾਰ ਯਾਦਾਂ ਵਿੱਚ ਟਿਕਿਆ ਹੋਵੇ, ਉਹੀ ਤੋਲ ਸਕਦਾ ਹੈ ਨਾ, ਦੂਜਾ ਥੋੜੀ ਨਾ ਤੋਲ ਸਕਦਾ ਹੈ। ਦੂਜਾ ਬੰਦਾ ਤੇ ਹੀਰ ਫੇਰ ਕਰਦਿਆਂ, ਘੱਟ ਵੱਧ ਤੋਲਦੇ ਆ, ਉਤੇ ਨਫੇ ਵਾਲੇ ਪਾਸੇ, ਲੋਭ ਵਾਲੇ ਪਾਸੇ ਬਿਰਤੀ ਹੁੰਦੀ ਹੈ ਵੀ ਘੱਟ ਤੋਲਾਂ, ਲੈਣ ਲੱਗਿਆਂ ਵੱਧ ਲੈ ਲਵਾਂ, ਦੇਣ ਲੱਗਿਆਂ ਘੱਟ ਤੋਲਾਂ, ਤਾਂ ਹੀ ਤੇ ਮੋਦੀ ਖਾਨਾ ਫੇਲ ਹੋਇਆ ਸੀ। ਪਰ ਸੁਰਤ ਵਿੱਚ ਨਿਰੰਕਾਰ, ਮੇਰਾ ਬਾਬਾ ਤੇ ਹੈ ਹੀ ਨਿਰੰਕਾਰ ਦਾ ਰੂਪ ਸੀ, ਤੇ ਬਾਬਾ 13 ਤੋਲਦਾ। 13 ਉਹੀ ਤੋਲ ਸਕਦਾ ਹੈ ਜਿਹਦੇ ਹੱਥ ਵਿੱਚ ਤਕੜੀ ਹੋਵੇ, ਮੀਟਰ ਹੋਵੇ, ਕੈਂਚੀ ਹੋਵੇ ਕੱਪੜਾ ਕੱਟਣ ਵਾਲੀ, ਪਰ ਸੁਰਤ ਵਿੱਚ ਨਿਰੰਕਾਰ ਹੋਵੇ। ਉਹ ਕਦੇ ਕਿਸੇ ਨਾਲ ਬੇਈਮਾਨੀ ਕਰ ਹੀ ਨਹੀਂ ਸਕਦਾ, ਧੋਖਾ ਕਰ ਹੀ ਨਹੀਂ ਸਕਦਾ। ਤੇ ਐਸੇ ਪੁਰਖ, ਐਸੇ ਭਗਤ, ਐਸੇ ਰੱਬ ਦੇ ਪਿਆਰੇ ਸੰਸਾਰ ਦੇ ਲੇਖੇ ਆਪਣਾ ਜੀਵਨ ਨਹੀਂ ਲਾਉਂਦੇ। ਤੇ ਉਹ ਕਹਿੰਦੇ ਨੇ, ਬਹੁਤ ਜਨਮ ਬਿਛੁਰੀ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾਂ, ਚਿਰ ਪਇਓ ਦਰਸ਼ਨ ਦੇਖੇ। ਜਿਨ੍ਹਾਂ ਨੇ ਨਿਸ਼ਾਨਾ ਮਿਥ ਲਿਆ ਰੱਬੀ ਮਿਲਾਪ ਦਾ, ਉਹਨਾਂ ਦੇ ਦੁਨਿਆਵੀ ਕਾਰਜ ਵੀ ਮਾਲਕ ਨੇ ਰਸ ਕੀਤੇ, ਤੇ ਉਹਨਾਂ ਦਾ ਰੱਬੀ ਮਿਲਾਪ ਦਾ ਕਾਰਜ ਵੀ ਪ੍ਰਭੂ ਨੇ ਰਸ ਕਰਵਾ ਦਿੱਤਾ। ਬਾਬਾ ਕਬੀਰ ਸਾਹਿਬ ਜੀ, ਅਬ ਤੋ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਰਾਮ ਤੇ ਕਬੀਰ ਇੱਕ ਹੋ ਗਿਆ, ਕਿਉਂਕਿ ਰੱਬੀ ਮਿਲਾਪ ਦਾ ਕਾਰਜ ਮਿੱਥ ਕੇ ਜੀਵਨ ਜਿਉਇਆ ਸੀ, ਉਹਦੇ ਨਾਲ ਅੰਦਰੋਂ ਪ੍ਰੀਤ ਪਾਈ ਸੀ, ਤੇ ਰੱਬ ਦਾ ਰੂਪ ਹੋ ਗਏ। ਤੇ ਉਹ ਮਾਲਕ ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ, ਆਪ ਕਾਰਜ ਸਵਾਰਦਾ। ਕਹਿੰਦੇ ਤੂੰ ਆਪ ਸਵਾਰੇ ਜਨ ਕੇ ਕਾਜਾ। ਕੇਵਲ ਦੁਨਿਆਵੀ ਕਾਰਜਾਂ ਨੂੰ ਮੁੱਖ ਰੱਖ ਕੇ, ਗਰਜ ਰੱਖ ਕੇ ਗੁਰੂ ਦੀ ਬਾਣੀ ਦਾ ਸਹਾਰਾ ਨਾ ਲਈਏ, ਰੱਬੀ ਮਿਲਾਪ ਦਾ ਕਾਰਜ ਵੀ ਚੇਤੇ ਰੱਖੀਏ, ਜਿਸ ਵਾਸਤੇ ਸਾਨੂੰ ਮਨੁੱਖਾ ਦੇਹੀ ਮਿਲੀ, ਇਹ ਸਰੀਰ ਮਿਲਿਆ, ਕਿਉਂਕਿ ਇਸੇ ਮਨੁੱਖਾ ਦੇਹੀ ਦੇ ਵਿੱਚ ਹੀ ਮਾਲਕ ਨੇ ਗੁਣ ਪਾਇਆ ਰੱਬ ਦਾ ਰੂਪ ਹੋਣ ਦਾ। ਹੋਰ ਕਿਸੇ ਸਰੀਰ ਦੇ ਵਿੱਚ ਇਹ ਗੁਣ ਨਹੀਂ ਕਿ ਉਹ ਰੱਬੀ ਮਿਲਾਪ ਹਾਸਲ ਕਰ ਸਕੇ। ਛੋਟੀ ਜੀ ਗਾਥਾ ਕਹਿ ਦਿਆਂ, ਤੁਲਸੀਦਾਸ ਜੀ ਜੰਗਲ ਦੇ ਵਿੱਚੋਂ ਲੰਘ ਰਹੇ ਸਨ, ਉਹਨਾਂ ਨੂੰ ਅੱਗੋਂ ਸ਼ੇਰ ਮਿਲਿਆ। ਸ਼ੇਰ ਕਹਿੰਦਾ
ਭਗਤ ਜੀ ਸਾਡੇ ਵਾਲੇ ਪਾਸੇ ਆ ਜਾਓ, ਮੇਰੇ ਵਾਲਾ ਜਾਮਾ ਲੈ ਲਓ। ਵੇਖੋ ਮੈਂ ਜੰਗਲ ਦਾ ਰਾਜਾ ਵਾਂ, ਮੈਂ ਜੰਗਲ ਦਾ ਸ਼ੇਰ ਹਾਂ, ਸਾਰੇ ਮੇਰਾ ਹੁਕਮ ਮੰਨਦੇ ਆ, ਮੇਰੀ ਦਹਾੜ ਸੁਣ ਕੇ ਸਾਰੇ ਕੰਬ ਜਾਂਦੇ ਆ। ਤੁਲਸੀਦਾਸ ਜੀ ਹੱਸ ਕੇ ਅੱਗੇ ਤੁਰ ਪਏ। ਸ਼ੇਰ ਪਿੱਛੇ ਪਿੱਛੇ, ਸ਼ੇਰ ਤੋਂ ਬਾਅਦ ਵਿੱਚ ਉਹਨਾਂ ਨੂੰ ਅੱਗੋਂ ਹਾਥੀ ਮਿਲਿਆ। ਹਾਥੀ ਕਹਿੰਦਾ ਛੱਡੋ ਸ਼ੇਰ ਨੂੰ, ਮੇਰੇ ਅੰਦਰ ਤੇ ਸ਼ੇਰ ਦੇ ਨਾਲੋਂ ਵੀ ਬੜਾ ਬਲ ਹੈ। ਕਹਿੰਦੇ ਸ਼ੇਰ ਨੂੰ ਪੁੱਛੋਂ ਫੜ ਕੇ ਮੈਂ ਕਈ ਫੁੱਟ ਦੂਰ ਸੁੱਟ ਸਕਦਾ ਵਾਂ, ਮੇਰੇ ਸੁੰਡ ਵਿੱਚ ਇੰਨੀ ਤਾਕਤ ਹੈ, ਵੱਡੀ ਤੋਂ ਵੱਡੇ ਰੁੱਖ ਨੂੰ ਜੜ੍ਹਾਂ ਤੋਂ ਪੁੱਟ ਸਕਦਾ ਵਾਂ, ਮੈਂ ਵੀ ਬੜਾ ਬਲਸ਼ਾਲੀ ਹਾਂ, ਮੇਰੇ ਵਾਲੇ ਪਾਸੇ ਆ ਜਾਓ। ਤੁਲਸੀਦਾਸ ਜੀ ਹੱਸ ਕੇ ਅੱਗੇ ਤੁਰ ਪਏ ਤੇ ਜਦੋਂ ਅੱਗੇ ਤੁਰੇ ਅੱਗੋਂ ਹਿਰਨ ਮਿਲਿਆ। ਹਿਰਨ ਕਹਿੰਦਾ ਛੱਡੋ ਇਹਨਾਂ ਨੂੰ, ਮੇਰੀਆਂ ਅੱਖਾਂ ਬੜੀਆਂ ਚਮਕੀਲੀਆਂ ਨੇ, ਮੇਰੀ ਛਲਾਂਗ ਬੜੀ ਤਗੜੀ ਹੈ, ਮੈਨੂੰ ਕੋਈ ਦੌੜ ਕੇ ਫੜ ਨਹੀਂ ਸਕਦਾ, ਬੜਾ ਫੁਰਤੀਲਾ ਜੀਵ ਆ, ਮੇਰੇ ਵਾਲੇ ਪਾਸੇ ਆ ਜਾਓ। ਤੁਲਸੀਦਾਸ ਜੀ ਹੱਸ ਕੇ ਫਿਰ ਅੱਗੇ ਤੁਰ ਪਏ। ਅੱਗੋਂ ਲੋਮੜੀ ਮਿਲੀ। ਲੋਮੜੀ ਬੜੀ ਕਹਿੰਦੀ ਹੈ ਤੁਲਸੀ ਮੇਰੇ ਵਾਲੇ ਜਾਮੇ ਨੂੰ ਧਾਰਨ ਕਰੋ, ਮੇਰੇ ਵਾਲੇ ਪਾਸੇ ਆ ਜਾਓ, ਮੈਂ ਬੜੀ ਚਲਾਕ ਹਾਂ, ਬੜੀ ਚਤੁਰ ਬੁੱਧੀ ਵਾਲੀ ਹਾਂ, ਮੇਰਾ ਬੜਾ ਦਿਮਾਗ ਹੈ। ਤੁਲਸੀਦਾਸ ਜੀ ਹੱਸ ਕੇ ਫਿਰ ਅੱਗੇ ਤੁਰ ਪਏ। ਸਾਰੇ ਜਾਨਵਰ ਉਹਨਾਂ ਦੇ ਪਿੱਛੇ ਪਿੱਛੇ, ਕੋਈ ਕਹਿੰਦਾ ਮੇਰੇ ਵਾਲੇ ਪਾਸੇ ਆ ਜਾਓ, ਕੋਈ ਕਹਿੰਦਾ ਮੇਰੇ ਵਾਲੇ ਪਾਸੇ ਆ ਜਾਓ। ਅੱਗੋਂ ਹੰਸ ਮਿਲਿਆ। ਹੰਸ ਆਂਦਾ ਹੈ ਵੀ ਮੇਰੇ ਅੰਦਰ ਮਾਲਕ ਨੇ ਬੜਾ ਇੱਕ ਕੀਮਤੀ ਗੁਣ ਪਾਇਆ ਹੈ, ਦੁੱਧ ਨੂੰ, ਫਟੇਵਿਆਂ ਨੂੰ, ਪਾਣੀ ਨੂੰ ਅਲੱਗ ਕਰਨ ਦਾ, ਤੇ ਮੇਰਾ ਖਾਣਾ ਵੀ ਬੜਾ ਪਵਿੱਤਰ ਹੈ, ਮੇਰੇ ਵਾਲੇ ਪਾਸੇ ਆ ਜਾਓ। ਤੁਲਸੀਦਾਸ ਜੀ ਹੱਸ ਕੇ ਅੱਗੇ ਤੁਰ ਪਏ। ਅੱਗੋਂ ਅਖੀਰ ਵਿੱਚ ਗਾਂ ਮਿਲੀ। ਗਾਂ ਕਹਿੰਦੀ ਹੈ ਵੀ ਮੈਨੂੰ ਇਸ ਦੇਸ਼ ਦੇ ਲੋਕ ਮਾਤਾ ਕਹਿੰਦੇ ਨੇ, ਮਾਂ ਦਾ ਦਰਜਾ ਦਿੰਦੇ ਐ, ਮੈਨੂੰ ਬੜਾ ਪਿਆਰ ਮਿਲਦਾ ਹੈ, ਬੜਾ ਸਤਿਕਾਰ ਮਿਲਦਾ ਹੈ, ਮੇਰੇ ਵਾਲੇ ਪਾਸੇ ਆ ਜਾਓ, ਤੁਸੀਂ ਮੇਰਾ ਜਾਮਾ ਧਾਰਨ ਕਰ ਲਓ। ਸਾਰੇ ਪਸ਼ੂ ਉਹਨਾਂ ਦੇ ਪਿੱਛੇ ਪਿੱਛੇ ਇੱਕ ਜਗ੍ਹਾ ਜਾ ਕੇ ਖਲੋ ਗਏ। ਭਗਤ ਤੁਲਸੀਦਾਸ ਜੀ ਕਹਿੰਦੇ ਭਲਿਓ, ਜਿਹੜੇ ਜਿਹੜੇ ਜਾਮੇ ਤੁਸੀਂ ਧਾਰਨ ਕਰਨ ਵਾਸਤੇ ਕਹਿ ਰਹੇ ਹੋ, ਇਹਨਾਂ ਜਾਮਿਆਂ ਦੇ ਵਿੱਚੋਂ ਦੀ ਤੇ ਮੈਂ ਨਿਕਲ ਕੇ ਆਇਆ ਵਾਂ, ਇਹ ਕੰਮ ਤੇ ਮੈਂ ਕਰ ਚੁੱਕਿਆ ਵਾਂ, ਤੁਹਾਡੇ ਵਾਲਾ ਸੁਭਾਅ, ਤੁਹਾਡੇ ਵਾਲਾ ਜੀਵਨ ਬਿਰਤੀਆਂ ਜੀ ਚੁੱਕਿਆ। ਕਹਿਣ ਲੱਗੇ ਆਓ ਆਪਾਂ ਬੈਠ ਕੇ ਉਸ ਕਰਤੇ ਦੀ ਕੀਰਤੀ ਕਰੀਏ, ਜਿਹੜਾ ਕਰਨ ਵਾਲਾ ਕੰਮ। ਸਾਰੇ ਪਸ਼ੂ ਕਹਿੰਦੇ ਨੇ ਇਹ ਤੇ ਮਨੁੱਖ ਨੂੰ ਅਧਿਕਾਰ ਹੈ, ਇਹ ਤੇ ਮਨੁੱਖ ਹੀ ਉਸ ਮਾਲਕ ਦੀ ਕੀਰਤੀ ਕਰ ਸਕਦਾ ਹੈ। ਹਾਂ, ਜੇ ਤਰੁੱਠ ਕੇ ਮਾਲਕ ਸਾਨੂੰ ਮਨੁੱਖਾ ਦੇਹੀ ਵਿੱਚ ਲੈ ਕੇ ਆਏਗਾ ਤਾਂ ਹੀ ਅਸੀਂ ਉਹਦੀ ਕੀਰਤੀ ਕਰ ਸਕਦੇ ਹਾਂ। ਸਤ ਸੰਗ ਵਿੱਚ ਕੋਈ ਕੁੱਤਾ ਵੜ ਸਕਦਾ, ਕੋਈ ਜਾਨਵਰ ਵੜ ਸਕਦਾ, ਕੋਈ ਪਸ਼ੂ ਵੜ ਸਕਦਾ? ਨਹੀਂ। ਚਾਰ ਪਾਉ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਾਈ ਹੈ, ਹਰ ਬਿਨ ਬੈਲ ਬਿਰਾਨੀ ਹੋਈ ਹੈ, ਨਾਕੋ ਫਾਟਨ ਕਾਂਦੋ ਕਾਟ, ਕੋਂਦੋ ਕੋ ਪੁਸ ਖਈ ਹੈ, ਜਨ ਭਗਤਨ ਕੋ ਕਯੋ ਨਾ ਮਾਨੋ, ਕੀਓ ਆਪਣੋ ਪਈ ਹੈ। ਕਹਿੰਦੇ ਨੇ ਵੀ ਜਦੋਂ ਚਾਰ ਤੇਰੀਆਂ ਲੱਤਾਂ ਹੋ ਜਾਣਗੀਆਂ, ਸਿੰਘ ਤੇਰੇ ਸਿਰ ਤੇ ਹੋ ਜਾਣਗੇ, ਗੂੰਗਾ ਤੇਰਾ ਮੁਖ ਹੋ ਜਾਏਗਾ, ਪਸ਼ੂ ਬਣ ਕੇ ਵਿਚਰੇਗਾ, ਉਦੋਂ ਚਾਹ ਕੇ ਵੀ ਤੂੰ ਗੁਣ ਨਹੀਂ ਗਾ ਸਕੇਗਾ, ਨਾ ਸੁਣ ਸਕੇਗਾ। ਇਸ ਕਰਕੇ ਮਨੁੱਖਾ ਦੇਹੀ ਹੈ ਭਾਈ, ਇਸ ਮਨੁੱਖਾ ਦੇਹੀ ਵਿੱਚ ਇਹ ਤੈਨੂੰ ਬੜਾ ਵੱਡਾ ਇੱਕ ਅਵਸਰ ਮਿਲਿਆ ਹੈ, ਮੌਕਾ ਮਿਲਿਆ ਹੈ ਰੱਬ ਦਾ ਰੂਪ ਹੋਣ ਦਾ। ਇਸ ਕਰਕੇ ਗੁਰੂ ਨਾਲ ਜੁੜ ਕੇ ਆਪਣੇ ਰੱਬੀ ਮਿਲਾਪ ਦਾ ਨਿਸ਼ਾਨਾ ਮਿੱਥ ਕੇ ਗੁਰੂ ਵਾਲੇ ਪਾਸੇ ਤੁਰ। ਇਹ ਰੱਬੀ ਮਿਲਾਪ ਅੱਖਾਂ ਮਿਟਣ ਤੋਂ ਪਹਿਲਾਂ ਪਹਿਲਾਂ ਕਰ ਲਾ। ਤੇ ਗੁਰੂ ਜੀ ਕਹਿ ਰਹੇ ਨੇ ਤੂੰ ਆਪ ਸਵਾਰੇ ਜਨ ਕੇ ਕਾਜਾ, ਇਹ ਕਾਰਜ ਮਾਲਕ ਸਵਾਰਦਾ ਹੈ। ਅਮਰ ਅਡੋਲ ਅਪਾਰ ਅਮੋਲਕ, ਹਰ ਅਸਥਿਰ ਥਾਨ ਸੁਹਾਇਆ। ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ, ਜਿਸ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਜੋ ਭਗਤ ਜਨਾਂ ਸੇਵਕਾਂ ਦੇ ਕਾਰਜ ਸਵਾਰਦਾ ਹੈ, ਉਹ ਪਰਮਾਤਮਾ ਕਹਿੰਦੇ ਨੇ ਉਹਨੂੰ ਕੋਈ ਮੌਤ ਨਹੀਂ ਆ ਸਕਦੀ, ਅਮਰ ਹੈ। ਵੇਖੋ ਸ੍ਰਿਸ਼ਟੀ ਬਣਦੀ ਹੈ, ਬਿਨਸਦੀ ਹੈ,
ਜੋ ਜੀਵ ਇਸ ਸੰਸਾਰ ਦੇ ਵਿੱਚ ਆਉਂਦਾ ਹੈ ਉਹਨੂੰ ਸੰਸਾਰ ਛੱਡ ਕੇ ਜਾਣਾ ਪੈਂਦਾ ਹੈ, ਭਾਵੇਂ ਭਗਤ ਹੈ, ਭਾਵੇਂ ਗੁਰਮੁਖ ਹੈ, ਭਾਵੇਂ ਆਸਤਿਕ ਹੈ, ਭਾਵੇਂ ਨਾਸਤਿਕ ਹੈ, ਭਾਵੇਂ ਸਾਧੂ ਹੈ, ਭਾਵੇਂ ਚੋਰ ਹੈ, ਉਹਨੂੰ ਸਰੀਰ ਛੱਡ ਕੇ ਜਾਣਾ ਪੈਂਦਾ। ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ। ਪਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਜਿਉਂ ਦਾ ਤਿਉਂ ਹੈ, ਉਹ ਅਮਰ ਹੈ। ਕਹਿੰਦੇ ਆ ਅਮਰ, ਤੂੰ ਅਮਰ ਹੈ, ਤੈਨੂੰ ਮੌਤ ਨਹੀਂ ਕਦੇ ਆ ਸਕਦੀ। ਕਹਿੰਦੇ ਅਡੋਲ, ਕਹਿੰਦੇ ਨੇ ਤੈਨੂੰ ਮਾਇਆ ਨਹੀਂ ਡੁਲਾ ਸਕਦੀ। ਹਾਂ, ਜਿਹੜਾ ਉਹਦਾ ਸਿਮਰਨ ਕਰਕੇ ਉਸ ਤੱਕ ਪਹੁੰਚ ਰੱਖਦਾ ਹੈ, ਸੁਰਤ ਵਿੱਚ ਉਹਨੂੰ ਵਸਾ ਲੈਂਦਾ ਹੈ, ਜਿਉਂਦਿਆਂ ਜੀ ਜਪਦਾ ਰਹਿੰਦਾ, ਇੱਕ ਦਿਨ ਉਹ ਵੀ ਅਮਰ ਹੋ ਜਾਂਦਾ ਹੈ, ਉਹ ਵੀ ਅਡੋਲ ਹੋ ਜਾਂਦਾ ਹੈ। ਕਹਿੰਦੇ ਨੇ ਅਪਾਰ, ਤੇਰਾ ਪਾਰਲਾ ਬੰਨਾ ਕੋਈ ਨਹੀਂ ਲੱਭ ਸਕਦਾ। ਅਮੋਲਕ, ਤੇਰੇ ਗੁਣਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ। ਹਰ ਅਸਥਿਰ, ਕਹਿੰਦੇ ਨੇ ਤੂੰ ਸਦਾ ਥਿਰ ਰਹਿਣ ਵਾਲਾ ਹੈ। ਥਾਨ ਸੁਹਾਇਆ, ਤੇ ਕਹਿੰਦੇ ਨੇ ਤੇਰਾ ਥਾਂ ਬੜਾ ਸ਼ੋਭ ਰਿਹਾ ਹੈ, ਤੂੰ ਸਦਾ ਹੀ ਕਾਇਮ ਰਹਿਣ ਵਾਲਾ ਹੈ। ਸੋ ਦੂਸਰੇ ਪਦੇ ਦੀ ਵਿਚਾਰ ਆਪਾਂ ਕਰ ਸਕੇ ਹਾਂ। ਅਜੇ ਇਸ ਸ਼ਬਦ ਦੇ 13 ਪਦੇ ਹੋਰ ਬਚੇ ਨੇ। ਸੋ ਗੁਰੂ ਜੀ ਨੇ ਰਹਿਮਤ ਕਰਕੇ ਦੂਸਰੇ ਪਦੇ ਦੀ ਵਿਚਾਰ ਕਰਵਾਈ ਹੈ। ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਜੀ ਨੇ ਦੱਸਣ ਦਾ ਯਤਨ ਕੀਤਾ ਵੀ ਉਹ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਬਣਾਈ, ਸਾਨੂੰ ਪੈਦਾ ਕੀਤਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਕਿਸੇ ਦਾ ਸਹਾਰਾ ਨਹੀਂ ਲੈਂਦਾ, ਤੇ ਉਹ ਆਪਣੇ ਸੇਵਕਾਂ, ਆਪਣੇ ਭਗਤਾਂ ਦੇ ਕਾਰਜ ਸੰਵਾਰਦਾ ਹੈ। ਤੂੰ ਵੀ ਉਹਦੇ ਨਾਲ ਜੁੜ ਕੇ ਰੱਬੀ ਮਿਲਾਪ ਦਾ ਕਾਰਜ ਸੰਵਾਰ ਲਾ। ਉਸ ਮਾਲਕ ਨੂੰ ਜਪ ਕੇ ਉਹਦੇ ਵਰਗਾ ਅਮਰ, ਉਹਦੇ ਵਰਗਾ ਅਡੋਲ ਬਣ ਜਾ, ਜੀਵਨ ਸਫਲ ਹੋ ਜਾਏਗਾ ਤੇਰਾ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ ਜੀ। ਭੁੱਲ ਗਲਤੀ ਦੀ ਖੇਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।